ਬਹੁਤ ਹੀ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਮੈਂ ਤਨਵੀਰ ਸਿੰਘ, ਪੰਜਾਬੀ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਜ਼ਿਲ੍ਹਾ ਫਿਰੋਜ਼ਪੁਰ। ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਡੇ ਨਾਲ 8ਵੀਂ ਜਮਾਤ ਵਿੱਚ ਪਾਠ 8 ਜੀਵਨੀ ਬਾਬਾ ਫਰੀਦ ਜੀ ਦਾ ਪਾਠ ਤੁਹਾਡੇ ਨਾਲ ਸਾਂਝਾ ਕਰਾਂਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜੀਵਨੀ ਕੀ ਹੁੰਦੀ ਹੈ। ਬੇਟਾ, ਜੀਵਨੀ ਜੀਵਨ ਨਾਲ ਜੁੜਿਆ ਹੋਇਆ ਸ਼ਬਦ ਹੈ। ਜੀਵਨ ਤੋਂ ਭਾਵ ਜ਼ਿੰਦਗੀ ਜੋ ਆਪਾਂ ਜੀਂਦੇ ਹਾਂ। ਸੋ ਜਦੋਂ ਕਿਸੇ ਬੰਦੇ ਬਾਰੇ ਦੂਜਾ ਬੰਦਾ ਲਿਖੇ, ਜਿਹੜੀ ਉਹ ਲਿਖਤ ਹੁੰਦੀ ਹੈ ਕਿਤਾਬ ਦੇ ਰੂਪ ਵਿੱਚ, ਉਸ ਨੂੰ ਆਪਾਂ ਜੀਵਨੀ ਕਹਿੰਦੇ ਹਾਂ। ਆਮ ਤੌਰ 'ਤੇ ਜੀਵਨੀ ਉਹਨਾਂ ਮਨੁੱਖਾਂ ਲਈ ਲਿਖੀ ਜਾਂਦੀ ਹੈ ਜਿਨ੍ਹਾਂ ਨੇ ਕਿਸੇ ਖਾਸ ਖੇਤਰ ਵਿੱਚ ਵੱਡੀ ਪ੍ਰਾਪਤੀ ਕੀਤੀ ਹੋਵੇ। ਉਹ ਲੋਕ ਧਰਮ ਨਾਲ, ਇਤਿਹਾਸ ਨਾਲ, ਸਾਹਿਤ ਨਾਲ ਵੀ ਸੰਬੰਧਿਤ ਹੋ ਸਕਦੇ ਹਨ। ਜਿਵੇਂ ਸਾਡੇ ਗੁਰੂ ਸਾਹਿਬਾਨ ਜੀ ਦੀ ਜ਼ਿੰਦਗੀ, ਆਜ਼ਾਦੀ ਦਾ ਸੰਘਰਸ਼ ਵਿੱਚ ਭਾਗ ਲੈਣ ਵਾਲੇ ਆਜ਼ਾਦੀ ਘੁਲਾਟੀਏ ਸਾਡੇ ਸਾਹਿਤਕਾਰ। ਕੋਈ ਵੀ ਮਨੁੱਖ ਜਿਸ ਨੇ ਵੱਡਾ ਕੰਮ ਕੀਤਾ ਹੋਵੇ, ਉਸ ਕੰਮ ਬਾਰੇ ਅਸੀਂ ਚਾਹੁੰਦੇ ਹਾਂ ਦੂਜੇ ਲੋਕ ਉਹਨਾਂ ਦੇ ਕੰਮ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ। ਸੋ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਲੇਖਕ ਉਹਨਾਂ ਮਹਾਨ ਆਦਮੀਆਂ ਬਾਰੇ ਲਿਖਦੇ ਹਨ ਇੱਕ ਕਿਤਾਬ ਦੇ ਰੂਪ ਵਿੱਚ, ਜਿਸ ਨੂੰ ਉਹਨਾਂ ਦੀ ਜੀਵਨੀ ਕਿਹਾ ਜਾਂਦਾ ਹੈ। ਅੱਜ ਜੋ ਆਪਣਾ ਪਾਠ ਹੈ ਉਹ ਹੈ ਬਾਬਾ ਫਰੀਦ ਜੀ ਦੀ ਜੀਵਨੀ। ਇਸ ਜੀਵਨੀ ਨੂੰ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਨੇ ਲਿਖਿਆ ਹੈ। ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਸਾਡੇ ਪੰਜਾਬੀ ਦੇ ਬਹੁਤ ਹੀ ਮਹਾਨ ਸਤਿਕਾਰਯੋਗ ਸਾਹਿਤਕਾਰ ਹੋਏ ਨੇ। ਅੱਜ ਆਪਾਂ ਉਹਨਾਂ ਦੁਆਰਾ ਲਿਖੀ ਜੀਵਨੀ, ਜੋ ਤੁਹਾਡੀ ਕਿਤਾਬ ਵਿੱਚ ਹੈ ਬਾਬਾ ਫਰੀਦ ਜੀ, ਪੜ੍ਹਾਂਗੇ। ਇਸ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਬਾਬਾ ਫਰੀਦ ਜੀ ਦੇ ਬਾਰੇ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬਾਬਾ ਫਰੀਦ ਜੀ ਇੱਕ ਸੂਫੀ ਸੰਤ ਹੋਏ ਹਨ, ਸੂਫੀ ਕਵੀ ਹੋਏ ਹਨ। ਸੋ ਸੂਫੀ ਤੋਂ ਭਾਵ ਇੱਕ ਖਾਸ ਕਿਸਮ ਦੀ ਕਵਿਤਾ ਜਾਂ ਇੱਕ ਖਾਸ ਕਿਸਮ ਦਾ ਰਸਤਾ। ਸੂਫੀ ਕਵਿਤਾ ਭਾਵ ਤੁਸੀਂ ਅਗਲੀਆਂ ਜਮਾਤਾਂ ਵਿੱਚ ਵੀ ਪੜ੍ਹੋਗੇ, ਤੁਹਾਨੂੰ ਸੂਫੀ ਬਾਰੇ ਵੀ ਦੱਸਿਆ ਜਾਵੇਗਾ। ਸੂਫੀ ਕੀ ਹੁੰਦਾ ਹੈ? ਫਿਲਹਾਲ ਹੁਣ ਤੁਸੀਂ ਇਹਨਾਂ ਕੁ ਸਮਝਣਾ ਹੈ ਕਿ ਇੱਕ ਸੂਫੀ ਕਵੀ ਹੋਏ ਹਨ ਬਾਬਾ ਫਰੀਦ ਜੀ, ਔਰ ਉਹਨਾਂ ਦੀ ਸਾਰੀ ਕਵਿਤਾ ਸੂਫੀਆਨਾ ਰੰਗਤ ਵਾਲੀ, ਜਿਸ ਦੇ ਵਿੱਚ ਪਰਮਾਤਮਾ ਦੀ ਭਗਤੀ ਦੀ ਗੱਲ ਹੈ, ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਣ ਦੀ ਗੱਲ ਹੈ, ਉਸ ਦੀ ਮਸਤੀ ਦੀ ਗੱਲ ਹੈ, ਪਰਮਾਤਮਾ ਪ੍ਰਤੀ ਸਮਰਪਣ ਦੀ ਗੱਲ ਹੈ। ਜੋ ਇਸ ਤਰ੍ਹਾਂ ਦੇ ਭਾਵਾਂ ਵਾਲੀ ਕਵਿਤਾ ਹੋਵੇਗੀ, ਉਸ ਨੂੰ ਆਪਾਂ ਸੂਫੀ ਕਵਿਤਾ ਕਹਾਂਗੇ। ਤੁਸੀਂ ਅੱਗੇ ਵੱਡੀਆਂ ਜਮਾਤਾਂ ਵਿੱਚ ਜਾਓਗੇ ਤਾਂ ਤੁਹਾਨੂੰ ਸੂਫੀ ਕਵਿਤਾ, ਸੂਫੀ ਸ਼ਬਦ ਆਦਿ ਬਾਰੇ ਹੋਰ ਵੀ ਗਹਿਰਾਈ ਨਾਲ ਸਮਝਣ ਦੇ ਲਈ ਸਮਝ ਆਵੇਗੀ, ਸਮਝੋਗੇ, ਸਮਝਣ ਯੋਗ ਹੋਵੋਗੇ। ਬਾਬਾ ਫਰੀਦ ਜੀ ਖਾਸ ਕਰਕੇ ਜੇ ਅਸੀਂ ਪੰਜਾਬ ਵਿੱਚ ਜਾਂ ਪੰਜਾਬੀ ਭਾਸ਼ਾ ਜਾਂ ਸਾਡੀ ਮਾਂ ਬੋਲੀ ਦੇ ਸੰਬੰਧ ਵਿੱਚ ਗੱਲ ਕਰੀਏ ਤਾਂ ਬਾਬਾ ਫਰੀਦ ਜੀ ਦੀ ਦੇਣ ਬਹੁਤ ਵੱਡੀ ਦੇਣ ਹੈ। ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ, ਜਿਹੜੀ ਅੱਜ ਤੁਸੀਂ ਪੜ੍ਹ ਰਹੇ ਹੋ ਬੇਟਾ, ਇਹ ਭਾਸ਼ਾ ਕੋਈ ਇੱਕ ਦਿਨ ਵਿੱਚ ਪੈਦਾ ਨਹੀਂ ਹੋਈ। ਇਸ ਭਾਸ਼ਾ ਦਾ ਜਿਹੜਾ ਰੂਪ ਅੱਜ ਹੈ, ਇਸ ਨੂੰ ਹਜ਼ਾਰਾਂ ਸਾਲ ਲੱਗ ਗਏ ਨੇ। ਬਾਬਾ ਫਰੀਦ ਜੀ ਇੱਕ ਅਜਿਹੇ ਕਵੀ ਹੋਏ ਨੇ ਜਿਨ੍ਹਾਂ ਨੇ ਸਭ ਤੋਂ ਪਹਿਲੀ ਵਾਰ ਪੂਰੀ ਤਰ੍ਹਾਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਬਾਬਾ ਫਰੀਦ ਜੀ ਤੋਂ ਪਹਿਲਾਂ ਕੁਝ ਕਵੀ 8ਵੀਂ 9ਵੀਂ ਸਦੀ ਵਿੱਚ ਹੋਏ ਹਨ ਜਿਨ੍ਹਾਂ ਨੇ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ, ਜਿਵੇਂ ਨਾਥ ਜੋਗੀ। ਉਹਨਾਂ ਦੀ ਬਾਣੀ ਵਿੱਚ ਕੁਝ ਕੁ ਸ਼ਬਦ ਪੰਜਾਬੀ ਦੇ, ਬ੍ਰਜ ਭਾਸ਼ਾ ਦੇ, ਅਰਬੀ ਤੇ ਫਾਰਸੀ ਦੇ ਸ਼ਾਮਲ ਸੀ, ਪਰ ਸ਼ੁੱਧ ਰੂਪ ਵਿੱਚ ਪੰਜਾਬੀ ਨਹੀਂ ਸੀ।
ਪਰ ਸ਼ੁੱਧ ਰੂਪ ਵਿੱਚ ਜਿਹੜੀ ਪੰਜਾਬੀ ਭਾਸ਼ਾ ਲਿਖਣ ਵਾਲਾ ਪਹਿਲਾ ਕਵੀ ਹੈ ਉਹ ਹਨ ਬਾਬਾ ਫਰੀਦ ਜੀ, ਜਿਨ੍ਹਾਂ ਨੇ ਪੂਰੀ ਤਰ੍ਹਾਂ ਪੰਜਾਬੀ ਵਿੱਚ ਲਿਖਿਆ। ਇੱਕ ਸਭ ਤੋਂ ਮਹੱਤਵਪੂਰਨ ਅਗਲੀ ਗੱਲ ਜਿਹੜੀ ਹੈ ਬਾਬਾ ਫਰੀਦ ਜੀ ਬਾਰੇ। ਬਾਬਾ ਫਰੀਦ ਜੀ ਵਾਹਿਦ ਇੱਕ ਅਜਿਹੇ ਇਨਸਾਨ ਨੇ ਜੋ ਮੁਸਲਿਮ ਧਰਮ ਨਾਲ ਸੰਬੰਧ ਰੱਖਣ ਵਾਲੇ, ਜਿਨ੍ਹਾਂ ਦੀ ਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤੀ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਇੱਕ ਸਭ ਤੋਂ ਸਤਿਕਾਰਯੋਗ ਗ੍ਰੰਥ ਹੈ, ਧਾਰਮਿਕ ਗ੍ਰੰਥ ਹੈ। ਉਸ ਗ੍ਰੰਥ ਵਿੱਚ ਇੱਕ ਮੁਸਲਿਮ ਧਰਮ ਨਾਲ ਸੰਬੰਧ ਰੱਖਣ ਵਾਲੇ ਇੱਕ ਸ਼ਾਇਰ, ਇੱਕ ਸੰਤ, ਇੱਕ ਸੂਫੀ ਕਵੀ ਦੀ ਬਾਣੀ ਦਾ ਸ਼ਾਮਲ ਹੋਣਾ, ਇਹ ਸਾਡੇ ਲਈ ਬਹੁਤ ਹੀ ਵੱਡੀ ਗੱਲ ਹੈ। ਗੁਰੂ ਸਾਹਿਬ ਨੇ ਜੋ ਸਤਿਕਾਰ ਬਾਬਾ ਫਰੀਦ ਜੀ ਨੂੰ ਦਿੱਤਾ, ਇਸ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਕੇ, ਇਸ ਨਾਲ ਆਪਣੇ ਆਪ ਹੀ ਸਾਡੇ ਸਿਰ ਬਾਬਾ ਫਰੀਦ ਜੀ ਅੱਗੇ ਝੁਕ ਜਾਂਦੇ ਹਨ। ਕਿਉਂਕਿ ਬਾਬਾ ਫਰੀਦ ਜੀ ਜਿਹੜੀ ਬਾਣੀ ਗੁਰੂ ਸਾਹਿਬਾਨ ਨੇ ਇਸੇ ਸ਼ਾਮਿਲ ਕਰਕੇ ਇੱਕ ਤਰ੍ਹਾਂ ਦੀ ਉਸ 'ਤੇ ਮੋਹਰ ਲਗਾ ਦਿੱਤੀ ਕਿ ਇਹ ਬਾਣੀ ਗੁਰਮਤਿ ਅਨੁਸਾਰ ਹੈ, ਸਿੱਖੀ ਅਨੁਸਾਰ ਹੈ ਅਤੇ ਇਹ ਮਨੁੱਖਤਾ ਦੇ ਭਲੇ ਲਈ ਰਚੀ ਗਈ ਹੈ। ਗੁਰੂ ਸਾਹਿਬ ਦੁਆਰਾ ਬਾਬਾ ਫਰੀਦ ਜੀ ਦੀ ਬਾਣੀ ਨੂੰ ਸ਼ਾਮਲ ਕਰਨਾ ਉਹਨਾਂ ਦੇ ਮਹਾਨ ਵਿਅਕਤੀਤਵ ਦਾ ਹੋਣ ਦਾ ਪ੍ਰਤੀਕ ਹੈ। ਇਸੇ ਕਰਕੇ ਇਹ ਬਾਬਾ ਫਰੀਦ ਜੀ ਦੇ ਇੱਕ ਮਹਾਨ ਵਿਅਕਤੀ ਹੋਣ ਦਾ ਪ੍ਰਤੀਕ ਹੈ। ਇਸੇ ਕਰਕੇ ਬਾਬਾ ਫਰੀਦ ਜੀ ਦਾ ਪੰਜਾਬੀ ਜਨ ਜੀਵਨ, ਪੰਜਾਬੀਆਂ ਦੇ ਦਿਲ ਵਿੱਚ ਇੱਕ ਬਹੁਤ ਵੱਡਾ ਰੁਤਬਾ, ਸਤਿਕਾਰ ਹੈ, ਜੋ ਬਾਬਾ ਫਰੀਦ ਜੀ ਪ੍ਰਤੀ ਇੱਕ ਦੂਜੀ ਮਹੱਤਵਪੂਰਨ ਗੱਲ ਹੈ। ਬਾਬਾ ਫਰੀਦ ਜੀ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਜੁੜੀਆਂ ਹਨ ਜੋ ਇਤਿਹਾਸਕ ਅਤੇ ਮਿਥਿਹਾਸਕ ਘਟਨਾਵਾਂ ਦੇ ਹਵਾਲੇ ਦਿੰਦੀਆਂ ਹਨ। ਇਤਿਹਾਸਿਕ ਘਟਨਾ ਉਹ ਹੁੰਦੀ ਹੈ ਜਿਸ ਦੇ ਪੱਕੇ ਪ੍ਰਮਾਣ ਮਿਲ ਜਾਣ ਕਿ ਇਹ ਘਟਨਾ ਸੱਚੀ ਹੈ, ਇਹ ਘਟਨਾ ਸੱਚ ਵਿੱਚ ਘਟੀ ਸੀ, ਉਹ ਇਤਿਹਾਸਿਕ ਘਟਨਾ ਹੈ। ਅਤੇ ਕੁਝ ਘਟਨਾਵਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਮੂੰਹ ਜ਼ਬਾਨੀ ਸੁਣੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਕੋਈ ਸਬੂਤ ਜਾਂ ਪ੍ਰਮਾਣ ਨਹੀਂ ਹੁੰਦਾ, ਉਹਨਾਂ ਨੂੰ ਆਪਾਂ ਮਿਥਿਹਾਸਕ ਕਹਿ ਦਿੰਦੇ ਹਾਂ। ਮਿਥਿਹਾਸਕ ਗੱਲਾਂ ਨੇ ਜੀ। ਇਸ ਤੋਂ ਇਲਾਵਾ ਮਿਥਿਹਾਸਕ ਘਟਨਾ ਇੱਕ ਹੋਰ ਬਾਬਾ ਫਰੀਦ ਜੀ ਨਾਲ ਵੀ ਜੁੜੀ ਹੋਈ ਹੈ। ਆਹ ਜੋ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਇਸ ਤਸਵੀਰ ਵਿੱਚ ਤੁਸੀਂ ਦੇਖਦੇ ਹੋ ਕਿ ਬਾਬਾ ਫਰੀਦ ਜੀ ਦੇ ਸਿਰ 'ਤੇ ਇੱਕ ਬੱਠਲ ਚੁੱਕਿਆ ਹੋਇਆ ਹੈ, ਪਰ ਉਹ ਬੱਠਲ ਬਾਬਾ ਫਰੀਦ ਜੀ ਦੇ ਸਿਰ ਨਾਲ ਨਹੀਂ ਜੁੜਿਆ ਹੋਇਆ, ਉਹ ਉਤਾਂ ਹਵਾ ਵਿੱਚ ਹੈ, ਥੋੜ੍ਹੀ ਜਿਹੀ ਦੂਰੀ 'ਤੇ ਹੈ। ਸੋ ਇਹ ਜੋ ਫੋਟੋ ਹੈ, ਤਸਵੀਰ ਹੈ, ਕਾਫੀ ਸਾਰੀਆਂ ਥਾਵਾਂ 'ਤੇ ਤੁਸੀਂ ਦੇਖੀ ਵੀ ਹੋਵੇਗੀ। ਆਓ ਤੁਹਾਨੂੰ ਥੋੜ੍ਹੀ ਜਿਹੀ ਇਸ ਘਟਨਾ ਬਾਰੇ ਜਾਣਕਾਰੀ ਦੇਣਾ ਹਾਂ, ਤੁਹਾਨੂੰ ਜਾਣੂ ਕਰਵਾਉਣਾ ਹਾਂ। ਬਾਬਾ ਫਰੀਦ ਜੀ 11ਵੀਂ 12ਵੀਂ ਸਦੀ ਦੀ ਗੱਲ ਹੈ ਕਿ ਉਹ ਪੰਜਾਬ ਰਾਹੀਂ ਮੁਲਤਾਨ ਜਾ ਰਹੇ ਸਨ। ਪੰਜਾਬ ਦਾ ਜ਼ਿਲ੍ਹਾ ਜੋ ਅੱਜ ਜਿਸ ਦਾ ਨਾਮ ਫਰੀਦਕੋਟ ਹੈ, ਇਸ ਜ਼ਿਲ੍ਹੇ ਦਾ ਪੁਰਾਣਾ ਨਾਮ ਮੋਹਕਲਹਾਰ ਸੀ। ਇਸ ਜ਼ਿਲ੍ਹੇ ਦਾ ਨਾਮ ਮੋਹਕਲਹਾਰ ਉੱਥੋਂ ਦੇ ਰਾਜੇ ਦੇ ਨਾਮ ਮੋਹਕਲ ਸੀ ਦੇ ਨਾਂ ਤੋਂ ਪਿਆ। ਉਸ ਸਮੇਂ ਮੋਹਕਲਹਾਰ ਸ਼ਹਿਰ ਵਿੱਚ ਉੱਥੋਂ ਦਾ ਰਾਜਾ ਇੱਕ ਕਿਲ੍ਹਾ ਬਣਾ ਰਿਹਾ ਸੀ, ਕਿਲ੍ਹੇ ਦਾ ਨਿਰਮਾਣ ਕਰ ਰਿਹਾ ਸੀ। ਉਸ ਕਿਲ੍ਹੇ ਦੇ ਵਿੱਚ ਕੁਦਰਤੀ ਤੌਰ 'ਤੇ ਹੀ ਬਾਬਾ ਫਰੀਦ ਜੀ ਉੱਥੋਂ ਦੀ ਲੰਘ ਰਹੇ ਸਨ, ਤਾਂ ਉਹਨਾਂ ਜ਼ਬਰਦਸਤੀ ਬਾਬਾ ਫਰੀਦ ਜੀ ਨੂੰ ਵੀ ਉੱਥੇ ਮਜ਼ਦੂਰੀ 'ਤੇ ਲਾ ਲਿਆ। ਤਾਂ ਜਦੋਂ ਬਾਬਾ ਫਰੀਦ ਜੀ ਨੇ ਟੋਕਰੀ ਜਾਂ ਬੱਠਲ ਚੁੱਕ ਕੇ ਕਿਲ੍ਹੇ ਦੇ ਨਿਰਮਾਣ ਲਈ ਮਜ਼ਦੂਰੀ ਵਾਲਾ ਕਾਰਜ ਕਰ ਰਹੇ ਸੀ, ਤਾਂ ਸਾਰਿਆਂ ਨੇ ਦੇਖਿਆ ਬੱਠਲ ਬਹੁਤ ਉੱਪਰ ਜਾ ਰਿਹਾ ਹੈ, ਬਾਬਾ ਫਰੀਦ ਜੀ ਦੇ ਸਿਰ ਨਾਲ ਨਹੀਂ ਲੱਗਿਆ ਹੋਇਆ। ਕਿ ਇਸ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਾਬਾ ਫਰੀਦ ਜੀ ਇੱਕ ਮਹਾਨ ਦਰਵੇਸ਼ 'ਤੇ ਪਹੁੰਚੇ ਹੋਏ ਫਕੀਰ ਹਨ। ਲੋਕਾਂ ਨੇ ਸਮਝਿਆ ਕਿ ਉਹਨਾਂ ਨੇ ਬਾਬਾ ਫਰੀਦ ਜੀ ਨਾਲ ਬਹੁਤ ਹੀ ਗਲਤ ਕੀਤਾ ਹੈ, ਜੋ ਪੀਰ ਜੀ ਨੂੰ ਇਸ ਕੰਮ ਲਾਇਆ। ਤਾਂ ਇਹ ਘਟਨਾ ਦੇਖ ਕੇ ਉੱਥੋਂ ਦੇ ਰਾਜੇ ਮੋਹਕਲ ਸੀ ਨੂੰ ਬਹੁਤ ਸ਼ਰਮ ਮਹਿਸੂਸ ਹੋਈ
ਤੇ ਉਸ ਨੇ ਬਾਬਾ ਫਰੀਦ ਜੀ ਤੋਂ ਮਾਫੀ ਵੀ ਮੰਗੀ ਤੇ ਸਤਿਕਾਰ ਨਾਲ ਆਪਣਾ ਸਿਰ ਉਹਨਾਂ ਦੇ ਚਰਨਾਂ 'ਚ ਝੁਕਾਇਆ। ਤੇ ਫਿਰ ਉਸ ਤੋਂ ਬਾਅਦ ਉਸ ਰਾਜੇ ਨੇ ਬਾਬਾ ਫਰੀਦ ਜੀ ਦੀ ਯਾਦ ਵਿੱਚ ਉਸ ਸ਼ਹਿਰ ਦਾ ਨਾਮ ਫਰੀਦਕੋਟ ਰੱਖ ਦਿੱਤਾ। ਫਰੀਦਕੋਟ, ਫਰੀਦ ਤੋਂ ਭਾਵ ਬਾਬਾ ਫਰੀਦ ਜੀ ਦੇ ਨਾਮ ਨਾਲ ਜੁੜਿਆ ਹੋਣਾ, ਕੋਟ ਤੋਂ ਭਾਵ ਕਿਲਾ, ਭਾਵ ਬਾਬਾ ਫਰੀਦ ਜੀ ਦਾ ਕਿਲਾ। ਤੇ ਬਾਬਾ ਫਰੀਦ ਜੀ ਮਜ਼ਦੂਰੀ ਕਰਦੇ ਹੋਏ ਜਿਸ ਰੁੱਖ ਹੇਠ ਆਰਾਮ ਕਰਦੇ ਸੀ, ਉਸ ਦਾ ਤਣਾ ਵੀ ਫਰੀਦਕੋਟ ਦੇ ਨਾਲ ਹੀ ਟਿੱਲਾ ਬਾਬਾ ਫਰੀਦ ਜੀ ਦੀ ਯਾਦ ਵਿੱਚ ਬਣਾਇਆ ਗਿਆ ਦਰਗਾਹ ਹੈ। ਉਸ ਵਿੱਚ ਉਹ ਤਣਾ, ਉਸ ਰੁੱਖ ਦਾ ਤਣਾ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਤੋਂ ਤੁਹਾਨੂੰ ਸਪਸ਼ਟ ਹੋ ਗਿਆ ਕਿ ਫਰੀਦਕੋਟ ਸ਼ਹਿਰ ਦਾ ਨਾਮ ਬਾਬਾ ਫਰੀਦ ਜੀ ਦੇ ਨਾਮ ਤੋਂ ਭਾਵ ਬਾਬਾ ਫਰੀਦ ਜੀ ਦਾ ਕਿਲਾ। ਇਸ ਤਰੀਕੇ ਨਾਲ ਪਿਆਰੇ ਵਿਦਿਆਰਥੀਓ, ਇਹ ਸ਼ਹਿਰ ਦਾ ਨਾਮ ਪਿਆ। ਇਹ ਗੱਲ ਤੁਹਾਨੂੰ ਸੁਣਾਉਣ ਦਾ ਮਤਲਬ ਜਾਂ ਸਾਡੀ ਭਾਵਨਾ ਇਹ ਸੀ ਕਿ ਬਾਬਾ ਫਰੀਦ ਜੀ ਜਿਹੜੇ ਪਹੁੰਚੇ ਹੋਏ ਸੂਫੀ ਸੰਤ ਸਨ, ਲੋਕ ਕਿਵੇਂ ਸਤਿਕਾਰਦੇ ਸਨ। ਰਾਜੇ, ਮਹਾਰਾਜੇ, ਆਮ ਲੋਕ ਵੀ ਉਹਨਾਂ ਪ੍ਰਤੀ ਬੜਾ ਸਤਿਕਾਰ, ਸਨੇਹ ਰੱਖਦੇ ਸਨ। ਸੋ ਅਗਲੀ ਇੱਕ ਹੋਰ ਮਹੱਤਵਪੂਰਨ ਗੱਲ ਹੈ ਬਾਬਾ ਫਰੀਦ ਜੀ ਦੇ ਬਾਰੇ ਕਿ ਜਿਹੜੇ ਉਹਨਾਂ ਨੇ 112 ਸ਼ਲੋਕ ਤੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਔਰ ਉਹਨਾਂ ਦੀ ਸਾਰੀ ਬਾਣੀ ਵਿੱਚ ਇੰਨੀ ਜ਼ਿਆਦਾ ਮਿਠਾਸ ਹੈ ਕਿ ਉਹਨਾਂ ਨੂੰ ਸ਼ੱਕਰਗੰਜ ਨਾਂ ਦੇ ਨਾਲ ਵੀ ਬੁਲਾਇਆ ਜਾਂਦਾ ਹੈ। ਤੇ ਇਹਨਾਂ ਦੇ ਕਹੇ ਸ਼ਬਦ ਪੰਜਾਬੀਆਂ ਦੇ ਹਿਰਦੇ ਵਿੱਚ ਵਸੇ ਹੋਏ ਹਨ। ਉਦਾਹਰਨ ਦੇ ਵਜੋਂ ਸ਼ਲੋਕ: ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਹੀ, ਪੱਲੇ ਸਭ ਕਿਛ ਪਾਏ। ਭਾਵ ਇਸ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਕਰ, ਗੁੱਸੇ ਨੂੰ ਮਨ ਵਿੱਚੋਂ ਬਾਹਰ ਨਿਕਾਲ, ਜਿਸ ਨਾਲ ਤੇਰੇ ਚੰਗੇ ਗੁਣ ਵੀ ਸਾਂਭੇ ਰਹਿਣਗੇ। ਸੋ ਹੋਰ ਅਨੇਕਾਂ ਸ਼ਲੋਕ ਨੇ ਜੋ ਸਾਡੇ ਜੀਵਨ ਵਿੱਚ ਰਚੇ ਹੋਏ ਹਨ, ਜੋ ਪੰਜਾਬੀ ਜੀਵਨ ਦੇ ਵਿੱਚ ਪੰਜਾਬੀਆਂ ਦੇ ਲਈ ਬਾਬਾ ਫਰੀਦ ਜੀ ਦਾ ਰੁਤਬਾ ਗੁਰੂ ਸਾਹਿਬਾਨ ਜੀ ਦੀ ਤਰ੍ਹਾਂ ਹੀ ਬਹੁਤ ਵੱਡਾ, ਪਵਿੱਤਰ ਅਤੇ ਸਤਿਕਾਰਯੋਗ ਬਣਾਉਂਦੇ ਹਨ ਔਰ ਹੈ। ਤਾਂ ਆਓ ਪਿਆਰੇ ਵਿਦਿਆਰਥੀਓ, ਹੁਣ ਆਪਾਂ ਆਪਣੇ ਪਾਠਕ੍ਰਮ ਵਿੱਚ ਸ਼ਾਮਿਲ ਜੋ ਬਾਬਾ ਫਰੀਦ ਜੀ ਦੀ ਜੀਵਨੀ ਹੈ ਉਸ ਦਾ ਪਾਠ ਕਰਦੇ ਹਾਂ ਤੇ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਹਾਂ। ਬਾਬਾ ਫਰੀਦ, ਬਾਬਾ ਫਰੀਦ ਜਾਂ ਸ਼ੇਖ ਫਰੀਦੁੱਦੀਨ ਮਸੂਦ ਸ਼ੱਕਰਗੰਜ ਦੇ ਨਾਮ ਨਾਲ ਸਤਿਕਾਰੇ ਜਾਂਦੇ ਹਨ। ਉਹ ਪੰਜਾਬ ਵਿੱਚ ਚਿਸ਼ਤੀ ਸੂਫੀ ਸਿਲਸਿਲੇ ਦੇ ਪੈਰੋਕਾਰ ਬਣ ਕੇ ਪਹਿਲੀ ਵਾਰ ਇਸਲਾਮੀ ਤੇ ਸੂਫੀਵਾਦੀ ਕਦਰਾਂ ਕੀਮਤਾਂ ਨੂੰ ਪਸਾਰਨ ਲਈ ਪੰਜਾਬੀ ਕਵਿਤਾ ਨੂੰ ਮਾਧਿਅਮ ਬਣਾਉਂਦੇ ਹਨ ਤੇ ਇਉਂ ਪੰਜਾਬੀ ਲੋਕ ਜੀਵਨ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਉੱਤੇ ਇੱਕ ਸਦੀਵੀ ਪ੍ਰਭਾਵ ਛੱਡਦੇ ਹਨ। ਬਾਬਾ ਫਰੀਦ ਜੀ ਦੇ ਜਨਮ ਤੇ ਨਜ਼ਰ ਪਾਈਏ ਤਾਂ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਪਿੰਡ ਕਾਠਵਾਲ, ਜ਼ਿਲ੍ਹਾ ਮੁਲਤਾਨ ਵਿਖੇ ਮਾਤਾ ਕਰਕੁਸਮ ਜੀ ਦੀ ਕੁੱਖੋਂ ਤੇ ਪਿਤਾ ਸ਼ੇਖ ਜਮਾਲੂ ਜੀ ਦੇ ਘਰ ਹੋਇਆ। ਆਪ ਜੀ ਦਾ ਮੁੱਢਲਾ ਨਾਮ ਮਸੂਦ ਰੱਖਿਆ ਗਿਆ। ਆਪ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਮਦਰਸੇ ਵਿੱਚੋਂ ਹੀ ਹਾਸਲ ਕੀਤੀ, ਜਿੱਥੇ ਉਹਨਾਂ ਦੀ ਅਚਾਨਕ ਖਵਾਜਾ ਬਖਤਿਆਰ ਕਾਕੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਾਬਾ ਫਰੀਦ ਜੀ ਇਹਨਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਇਹਨਾਂ ਨੂੰ ਆਪਣਾ ਮੁਰਸ਼ਿਦ ਅਤੇ ਆਪਣਾ ਸ਼ਾਗਿਰਦ ਅਤੇ ਆਪਣੇ ਆਪ ਨੇ ਇਹਨਾਂ ਦਾ ਸ਼ਾਗਿਰਦ ਸਥਾਪਿਤ ਕੀਤਾ। ਆਪਣੀ ਸੇਵਾ ਤੇ ਤਪੱਸਿਆ ਦੇ ਕਾਰਨ ਇਹਨਾਂ ਦੇ ਮੁਰਸ਼ਿਦ ਕਾਜ਼ੀ ਬਖਤਿਆਰ ਕਾਕੀ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਆਪਣੀ ਗੁਰੂ ਗੱਦੀ ਹੀ ਬਾਬਾ ਫਰੀਦ ਜੀ ਨੂੰ ਦੇ ਦਿੱਤੀ। ਸ਼ੇਖ ਫਰੀਦ ਜੀ ਉੱਚੀ ਕਰਨੀ ਵਾਲੇ ਫਕੀਰ ਸਨ ਤੇ ਬੜਾ ਹੀ ਸਾਦਾ ਜੀਵਨ ਗੁਜ਼ਾਰਦੇ ਸਨ। ਕੱਚਾ ਕੋਠਾ, ਜਵਾਰ ਦੀ ਰੋਟੀ, ਉਬਲੇ ਛੋਲੇ ਤੇ ਸਧਾਰਨ ਕੰਬਲੀ ਹੀ ਉਹਨਾਂ ਦੀ ਸਾਰੀ ਦੌਲਤ ਸੀ। ਉਹਨਾਂ ਨੂੰ ਜੋ ਕੁਝ ਬਾਹਰੋਂ ਚੜਾਵਾ ਆਉਂਦਾ ਉਹ ਫਕੀਰਾਂ ਦੇ ਲੰਗਰ ਅਤੇ ਆਰਥਿਕ ਤੌਰ ਤੋਂ ਕਮਜ਼ੋਰ ਲੋਕਾਂ ਵਿੱਚ ਵੰਡ ਦਿੰਦੇ। ਅਗਰ ਉਹਨਾਂ ਦੀ ਸਿੱਖਿਆਵਾਂ ਦੀ ਗੱਲ ਕਰੀਏ ਤਾਂ ਉਹ ਹਿੰਦੂ ਮੁਸਲਮਾਨਾਂ ਨੂੰ ਬਰਾਬਰ ਪਿਆਰ ਤੇ ਸਤਿਕਾਰ ਦਿੰਦੇ ਸਨ। ਸ਼ੇਖ ਫਰੀਦ ਜੀ ਨੇ ਸਿੱਖਿਆ ਦਿੱਤੀ ਕਿ ਸਭ ਨਾਲ ਪ੍ਰੇਮ ਕਰੋ, ਸਭ ਦਾ ਭਲਾ ਕਰੋ, ਜੇ ਕੋਈ ਬੁਰਾ ਵੀ ਕਰੇ ਤਾਂ ਵੀ ਉਹਨਾਂ ਦੀ ਭਲਾਈ ਕਰੋ। ਸ਼ੇਖ ਫਰੀਦ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਸਦਾ ਹੀ ਲਈ ਅਮਰ ਹਨ।
ਬਾਬਾ ਫਰੀਦ ਜੀ ਦੇ 112 ਸ਼ਲੋਕ, 4 ਪੰਜਾਬੀ ਸ਼ਬਦ, ਮੁਲਤਾਨੀ ਉਪਭਾਸ਼ਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹਨ। ਅਗਰ ਬਾਬਾ ਫਰੀਦ ਜੀ ਦੇ ਜੀਵਨ ਦੀਆਂ ਕਈ ਘਟਨਾਵਾਂ ਐਸੀਆਂ ਹਨ ਜੋ ਕਿ ਸਾਡੇ ਨਾਲ ਜੁੜੀਆਂ ਹਨ ਅਤੇ ਸਾਨੂੰ ਕਾਫੀ ਪ੍ਰੇਰਨਾ ਦਿੰਦੀਆਂ ਹਨ। ਉਹਨਾਂ ਵਿੱਚੋਂ ਇੱਕ ਘਟਨਾ ਐਸੀ ਹੈ ਕਿ ਇੱਕ ਵਾਰ ਇੱਕ ਸੱਜਣ ਫਰੀਦ ਜੀ ਪਾਸ ਕੈਂਚੀ ਲੈ ਕੇ ਆਏ ਅਤੇ ਕੈਂਚੀ ਦੀ ਸਿਫਤ ਕਰਦੇ ਹੋਏ ਕਿਹਾ, ਕੈਂਚੀ ਬੜੀ ਮਜ਼ਬੂਤ ਲੋਹੇ ਦੀ ਬਣੀ ਹੋਈ ਹੈ ਅਤੇ ਇਸ ਦੀ ਤਾਰ ਵੀ ਬਹੁਤ ਤਿੱਖੀ ਹੈ। ਤਾਂ ਫਰੀਦ ਜੀ ਨੇ ਕੈਂਚੀ ਉਸ ਤੋਂ ਲੈ ਕੇ ਕਿਹਾ, ਭਾਈ ਇਸ ਨੂੰ ਲੈ ਜਾ, ਇਹ ਤਾਂ ਕੱਟਣ ਵਾਲੀ ਹੈ ਅਤੇ ਸਾਡੇ ਕੰਮ ਦੀ ਨਹੀਂ। ਸਾਡਾ ਕੰਮ ਤਾਂ ਹੈ ਜੋੜਨਾ। ਤੂੰ ਮੈਨੂੰ ਇਸ ਦੀ ਥਾਂ ਨਿੱਕੀ ਜਿਹੀ ਸੂਈ ਲਿਆ ਦੇ ਤਾਂ ਕਿ ਮੈਂ ਅੱਡੋ ਅੱਡ ਨਿਖੜੇ ਦਿਲਾਂ ਨੂੰ ਪ੍ਰੀਤ ਪਿਆਰ ਦੇ ਧਾਗੇ ਵਿੱਚ ਪਰੋ ਸਕਾਂ। ਇਸ ਤਰ੍ਹਾਂ ਬਾਬਾ ਫਰੀਦ ਜੀ ਦੁਨਿਆਵੀ ਚੀਜ਼ਾਂ ਤੋਂ ਵੀ ਉਸ ਇਲਾਹੀ ਅੱਲਾ ਦੇ ਪ੍ਰੇਮ ਦਾ ਹੀ ਸੁਨੇਹਾ ਦਿੰਦੇ ਰਹੇ। ਇੱਕ ਘਟਨਾ ਹੋਰ ਉਹਨਾਂ ਦੇ ਜੀਵਨ ਵਿੱਚ ਜੁੜੀ ਹੋਈ ਹੈ। ਜਦੋਂ ਇੱਕ ਪ੍ਰਾਰਥੀ ਉਹਨਾਂ ਕੋਲ ਆਉਂਦਾ ਹੈ ਅਤੇ ਰਾਜਾ ਬਲਬਨ ਨੂੰ ਖੱਤ ਲਿਖਣ ਲਈ ਕਹਿੰਦਾ ਹੈ। ਉਹ ਕਹਿੰਦੇ ਹਨ ਕਿ ਤੁਸੀਂ ਖੱਤ ਵਿੱਚ ਲਿਖੋ ਕਿ ਮੇਰੀ ਆਰਥਿਕ ਮਦਦ ਹੋ ਜਾਏ। ਬਾਬਾ ਫਰੀਦ ਜੀ ਨੇ ਉਹਨਾਂ ਦੇ ਕਹੇ 'ਤੇ ਰੁੱਕਾ ਤਾਂ ਲਿਖਿਆ, ਪਰ ਰੁੱਕੇ ਦੇ ਵਿੱਚ ਲਿਖਿਆ ਕਿ ਇਸ ਲੋੜਵੰਦ ਦੀ ਹੋ ਸਕੇ ਤਾਂ ਮਦਦ ਕਰ ਦਈ। ਜੇ ਤੂੰ ਕਰ ਦਿੱਤੀ ਤਾਂ ਮੈਂ ਸਮਝਾਂਗਾ ਕਿ ਅਸੀਂ ਕੁਝ ਵੀ ਕਰਨ ਜੋਗੇ ਨਹੀਂ। ਇਸ ਤਰ੍ਹਾਂ ਉਹਨਾਂ ਦਾ ਸੁਭਾਅ ਇੱਕ ਨਿਡਰ ਸੁਭਾਅ ਸੀਗਾ ਜੋ ਕਿਸੇ ਤੋਂ ਨਹੀਂ ਡਰਦੇ ਸੀ। ਆਮ ਤੌਰ 'ਤੇ ਮੁਸਲਿਮ ਫਕੀਰਾਂ ਵਿੱਚ ਕਰਾਮਾਤ ਦੀ ਬੜੀ ਹੀ ਚਰਚਾ ਹੈ। ਕੋਈ ਵੀ ਫਕੀਰ ਓਨਾ ਹੀ ਵੱਡਾ ਮੰਨਿਆ ਜਾਂਦਾ ਹੈ ਜਿੰਨੀ ਵੱਡੀ ਉਹ ਕੋਈ ਕਰਾਮਾਤ ਦਿਖਾਵੇ। ਪਰੰਤੂ ਸ਼ੇਖ ਫਰੀਦ ਜੀ ਦਾ ਮੰਨਣਾ ਸੀ ਕਿ ਕਰਾਮਾਤ ਨਾਲ ਮੁਲਾਕਾਤ ਵੱਡੀ ਹੁੰਦੀ ਹੈ। ਇਸ ਤਰ੍ਹਾਂ ਹੀ ਉਹਨਾਂ ਦੇ ਮਿੱਤਰ ਫਕੀਰ ਬਹਾਉਦੀਨ ਅਤੇ ਬਾਬਾ ਫਰੀਦ ਜੀ ਇੱਕ ਦਿਨ ਜੰਗਲ ਵਿੱਚ ਸੈਰ ਕਰ ਰਹੇ ਸਨ ਅਤੇ ਇਸੇ ਵਿਸ਼ੇ 'ਤੇ ਹੀ ਉਹਨਾਂ ਦੀ ਚਰਚਾ ਛਿੜਦੀ ਹੈ। ਸ਼ੇਖ ਫਰੀਦ ਜੀ ਮੁਲਾਕਾਤ ਨੂੰ ਅਤੇ ਮਿੱਤਰ ਫਕੀਰ ਬਹਾਉਦੀਨ ਕਰਾਮਾਤ ਨੂੰ ਵੱਡਾ ਕਹਿ ਰਹੇ ਸਨ। ਇੰਨੇ ਵਿੱਚ ਹੀ ਤੇਜ਼ ਹਨੇਰੀ ਝੱਖੜ ਝੁੱਲਣ ਲੱਗਾ, ਤੇਜ਼ ਗੜਗੜਾਹਟ ਅਤੇ ਬਿਜਲੀ ਦੀ ਚਮਕ ਦੇ ਨਾਲ ਬੱਦਲ ਆ ਗਏ। ਤਾਂ ਬਾਬਾ ਫਰੀਦ ਜੀ ਨੇ ਕਿਹਾ, ਹੇ ਫਕੀਰ ਜੀ, ਤੁਸੀਂ ਆਪਣੀ ਕਰਾਮਾਤ ਦਿਖਾਓ ਅਤੇ ਸਾਰਾ ਮੌਸਮ ਸਾਫ਼ ਕਰੋ। ਉਹਨਾਂ ਦੇ ਮਿੱਤਰ ਫਕੀਰ ਜੀ ਨੇ ਦੇਖਿਆ ਅਤੇ ਕਿਹਾ, ਫਰੀਦ ਜੀ, ਇੰਨੀ ਛੇਤੀ ਕਰਾਮਾਤ ਕਿਵੇਂ ਹੋ ਸਕਦੀ ਹੈ? ਤਾਂ ਬਾਬਾ ਫਰੀਦ ਜੀ ਮੁਸਕਰਾਏ ਅਤੇ ਉਹਨਾਂ ਨੇ ਕਿਹਾ, ਅਗਰ ਨਹੀਂ ਹੋ ਸਕਦੀ ਚਲੋ ਕੋਈ ਗੱਲ ਨਹੀਂ, ਇੱਥੋਂ ਨਗਰ 'ਚ ਕੁਛ ਹੀ ਦੂਰ 'ਤੇ ਮੇਰੇ ਸ਼ਾਗਿਰਦ ਦਾ ਘਰ ਹੈ, ਆਪਾਂ ਉਹਨਾਂ ਦੇ ਘਰ ਚੱਲਦੇ ਹਾਂ, ਬਹੁਤ ਗਰੀਬੜਾ ਜਿਹਾ ਇਨਸਾਨ ਹੈ। ਇੰਨੇ ਨੂੰ ਬਾਬਾ ਫਰੀਦ ਜੀ ਆਪਣੇ ਮਿੱਤਰ ਦੇ ਫਕੀਰ ਦੇ ਨਾਲ ਉਸ ਦੇ ਘਰ ਪਹੁੰਚਦੇ ਹਨ, ਦਰਵਾਜ਼ਾ ਖੜਕਾਉਂਦੇ ਹਨ। ਤਾਂ ਉਹਨਾਂ ਦਾ ਸ਼ਾਗਿਰਦ ਬੜੇ ਹੀ ਇੱਜ਼ਤ ਮਾਣ ਨਾਲ ਉਹਨਾਂ ਨੂੰ ਆਪਣੇ ਘਰ ਲੈ ਜਾਂਦਾ ਹੈ। ਇਸ ਉਪਰੰਤ ਉਹਨਾਂ ਨੂੰ ਆਸਣ ਦਿੰਦਾ ਹੈ, ਭੋਜਨ ਕਰਾਉਂਦਾ ਹੈ ਅਤੇ ਉਹਨਾਂ ਦੀ ਆਓ ਭਗਤ ਕਰਦਾ ਹੈ। ਇੰਨੇ ਨੂੰ ਮੌਸਮ ਬਾਹਰ ਸਾਫ਼ ਹੋ ਜਾਂਦਾ ਹੈ ਅਤੇ ਰਾਸਤੇ ਜਾਂਦੇ ਹੋਏ ਫਰੀਦ ਜੀ ਕਹਿੰਦੇ, ਹੁਣ ਤੁਹਾਡਾ ਕੀ ਵਿਚਾਰ ਹੈ ਮੁਲਾਕਾਤ ਅਤੇ ਕਰਾਮਾਤ ਦੇ ਵਿੱਚੋਂ? ਤਾਂ ਉਹਨਾਂ ਦੇ ਸਾਥੀ ਫਕੀਰ ਬਹਾਉਦੀਨ ਜੀ ਨੇ ਕਿਹਾ ਕਿ ਵਾਕਈ ਹੀ ਕਰਾਮਾਤ ਨਾਲੋਂ ਮੁਲਾਕਾਤ ਹੀ ਵੱਡੀ ਹੁੰਦੀ ਹੈ। ਸੋ ਇਹ ਕਈ ਘਟਨਾਵਾਂ ਉਹਨਾਂ ਦੇ ਜੀਵਨ ਨਾਲ ਜੁੜੀਆਂ ਜੋ ਸਾਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਮਨੁੱਖੀ ਪ੍ਰੇਮ, ਮਨੁੱਖੀ ਪਿਆਰ ਅਤੇ ਈਸ਼ਵਰ ਦੇ ਨਾਤੇ ਸੇਵਾ ਕਰਨ ਦਾ ਸੰਦੇਸ਼ ਦਿੰਦੇ ਹਨ। ਇਸੇ ਹੀ ਤਰ੍ਹਾਂ ਅਗਰ ਬਾਬਾ ਜੀ ਦੇ ਜੀਵਨ ਨਾਲ ਗੱਲ ਕੀਤੀ ਜਾਵੇ, ਜਦੋਂ ਬਾਬਾ ਜੀ ਵਰਿੱਧ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਸੋਟੀ ਚੱਕਣ ਦੀ ਜ਼ਰੂਰਤ ਪੈਂਦੀ ਹੈ, ਸੋਟੀ ਦੇ ਸਹਾਰੇ ਚੱਲਦੇ ਹਨ। ਤਾਂ ਆਪਣੀ ਉਪਾਸਨਾ ਵਿੱਚ ਪਰਮਾਤਮਾ ਦੇ ਖੁਦਾ ਦੇ ਇਲਾਹੀ ਪ੍ਰੇਮ ਵਿੱਚ ਇੰਨੇ ਡੁੱਬ ਜਾਂਦੇ ਹਨ ਕਿ ਕਹਿੰਦੇ ਹਨ ਕਿ ਬਾਬਾ ਫਰੀਦ ਜੀ ਆਪਣੀ ਸੋਟੀ ਨੂੰ ਵਗਾਹ ਮਾਰਦੇ ਹਨ, ਇਹ ਕਹਿੰਦੇ ਹੋਏ ਕਿ ਮੈਂ ਤਾਂ ਤੇਰਾ ਸਹਾਰਾ ਲਿਆ ਸੀ, ਸਾਰੀ ਜ਼ਿੰਦਗੀ ਤਾਂ ਮੈਂ ਤੇਰੇ ਸਹਾਰੇ ਵਿੱਚ ਹੀ ਕੱਟੀ, ਤਾਂ ਮੈਨੂੰ ਹੁਣ ਇਸ ਸਹਾਰੇ ਦੀ ਕੀ ਲੋੜ ਹੈ? ਤੁਸੀਂ ਹੀ ਮੇਰਾ ਸਹਾਰਾ ਹੋ। ਤਾਂ ਉਹਨਾਂ ਸੋਟੀ ਪਿੱਛੇ ਕਰ ਦਿੱਤੀ। ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਨੇ ਦਿਖਾਵਟ ਵਾਲਾ ਜੀਵਨ, ਦਿਖਾਵਟ ਵਾਲਾ ਖੁਦਾ ਦਾ ਪਿਆਰ ਨੂੰ ਵੀ ਆਮ ਜਨਤਾ ਦੇ ਵਿੱਚ ਭੰਡਿਆ। ਬਹੁਤ ਸਾਰੇ ਧਾਰਮਿਕਤਾ ਐਸੀ ਫੈਲੀ ਹੋਈ ਸੀ ਸਮਾਜ ਵਿੱਚ ਕਿ 5 ਟਾਈਮ ਦੀ ਨਮਾਜ਼ ਵੀ ਪੜ੍ਹੀ ਜਾਂਦੀ ਸੀ, ਰੋਜ਼ੇ ਵੀ ਰੱਖੇ ਜਾਂਦੇ ਸੀ, ਪਰੰਤੂ ਕੋਈ ਵੀ ਕੰਮ ਦਿਲੋਂ ਨਹੀਂ ਸੀ ਹੋ ਰਿਹਾ। ਇਸ ਲਈ ਗੁਰੂ ਸਾਹਿਬ ਨੇ
ਫਰਮਾਇਆ ਕਿ ਅਸੀਂ ਚਾਹੇ ਲੱਖ ਕੰਮ ਕਰਦੇ ਹੋਈਏ, ਪਰ ਜੇ ਅਸੀਂ ਪਰਮਾਤਮਾ ਦਾ ਪਿਆਰ ਸਾਡੇ ਵਿੱਚ ਨਹੀਂ ਹੈ ਤਾਂ ਉਹ ਇਸ ਨੂੰ ਪ੍ਰਵਾਨ ਨਹੀਂ ਕਰਦਾ। ਉਹਨਾਂ ਸਾਫ਼ ਲਿਖਿਆ ਹੈ ਕਿ ਜੇ ਕੋਈ ਬੰਦਗੀ ਲਈ ਮੁਸੱਲਾ ਚੁੱਕੀ ਫਿਰੇ ਅਤੇ ਦਿਖਾਵੇ ਲਈ ਕਾਲੇ ਸੂਫ ਦੇ ਕੱਪੜੇ ਵੀ ਪਾ ਲਵੇ, ਤਾਂ ਉਹ ਅਜਿਹਾ ਕਰਕੇ ਰੱਬੀ ਦਰਵੇਸ਼ ਨਹੀਂ ਬਣ ਜਾਂਦਾ, ਉਹ ਤਾਂ ਸਗੋਂ ਹਨੇਰਾ ਹੀ ਢੋਂਦਾ ਹੈ। ਇਸੇ ਤਰ੍ਹਾਂ ਉਹਨਾਂ ਨੇ ਸਾਨੂੰ ਪਰਮਾਤਮਾ ਦੇ ਨਾਲ ਆਪਣੇ ਅੰਦਰ ਜੋ ਆਪਣੇ ਹਿਰਦੇ 'ਚ ਵਸਦਾ ਹੈ ਉਸ ਨਾਲ ਜੁੜਨ ਅਤੇ ਆਪਣੇ ਚਰਿੱਤਰ ਦੇ ਵਿੱਚ ਵਸਾਉਣ ਵਾਸਤੇ ਵੀ ਸੰਦੇਸ਼ ਦਿੱਤੇ। ਬਾਬਾ ਫਰੀਦ ਜੀ ਇੱਕ ਗ੍ਰਸਤ ਸਾਧੂ ਫਕੀਰ ਦਰਵੇਸ਼ ਸਨ। ਇਹਨਾਂ ਦੀਆਂ 3 ਸ਼ਾਦੀਆਂ ਹੋਈਆਂ ਸਨ ਅਤੇ 3 ਸ਼ਾਦੀਆਂ ਵਿੱਚੋਂ 5 ਸਪੁੱਤਰ ਅਤੇ 3 ਲੜਕੀਆਂ ਸਨ। ਇਹਨਾਂ ਦੇ ਇੱਕ ਸਪੁੱਤਰ ਸਰਕਾਰੀ ਨੌਕਰੀ ਕਰਦੇ ਸਨ ਅਤੇ ਬਾਕੀ ਖੇਤੀਬਾੜੀ। ਅਤੇ ਬੱਚਿਆਂ ਦੇ ਵਿੱਚ ਆਮ ਵਿਚਾਰ ਸੀ ਇਹਨਾਂ ਦੇ ਪੁੱਤਰਾਂ ਦੇ ਵਿੱਚ ਕਿ ਜਿਹੜੀ ਗੁਰੂ ਗੱਦੀ ਹੈ ਚਿਸ਼ਤੀ ਸੰਪਰਦਾਇ ਦੀ, ਉਹ ਖਾਨਦਾਨੀ ਹੈ, ਉਹ ਗੱਦੀ ਤਾਂ ਇਹਨਾਂ ਨੂੰ ਮਿਲ ਹੀ ਜਾਏਗੀ। ਪਰੰਤੂ ਬਾਬਾ ਫਰੀਦ ਜੀ ਅੰਤਲੇ ਸਮੇਂ ਵਿੱਚ ਉਹਨਾਂ ਨੇ ਆਪਣਾ ਮੁਰਸ਼ਦ ਖਵਾਜਾ ਬਖਤਿਆਰ ਕਾਕੀ ਜੀ ਦੀ ਗੱਦੀ ਆਪਣੇ ਪਰਿਵਾਰ 'ਚ ਨਾ ਦਿੱਤੀ। ਉਹਨਾਂ ਨੇ ਆਪਣੀ ਗੁਰਗੱਦੀ ਸੈਯਦ ਮਹਿਮੂਦ ਰਾਹੀਂ, ਜਿਸ ਵਿੱਚ ਮੁਸੱਲਾ, ਸੂਫੀਜ਼ਮ ਦੇ ਵਿੱਚ ਮੁਸੱਲਾ ਤੋਂ ਭਾਵ ਹੈ ਆਸਨ, ਅਤੇ ਮੁਸੱਲੇ ਦੇ ਨਾਲ ਆਪਣੀ ਮਾਲਾ, ਜਿਸ ਨੂੰ ਕੀ ਕਿਹਾ ਜਾਂਦਾ ਹੈ, ਤਸਬੀਹ ਬੋਲਿਆ ਜਾਂਦਾ ਹੈ, ਆਪਣੇ ਸ਼ਾਗਿਰਦ ਸੈਯਦ ਮਹਿਮੂਦ ਰਾਹੀਂ ਦਿੱਲੀ ਵਿੱਚ ਰਹਿੰਦੇ ਪਹੁੰਚੇ ਹੋਏ ਤਪਸਵੀ ਸ਼ੇਖ ਨਿਜ਼ਾਮੂਦੀਨ ਪਾਸ ਦਿੱਲੀ ਭੇਜ ਦਿੱਤੀ ਅਤੇ ਆਪਣੀ ਗੁਰੂ ਗੱਦੀ ਉਹਨਾਂ ਨੇ ਸ਼ੇਖ ਨਿਜ਼ਾਮੂਦੀਨ ਜੀ ਨੂੰ ਦੇ ਦਿੱਤੀ। ਇਸ ਤਰ੍ਹਾਂ ਉਹਨਾਂ ਨੇ ਆਪਣਾ ਸਾਰਾ ਜੀਵਨ ਸੇਵਾ ਭਾਵ ਵਿੱਚ ਹੀ ਬਿਤਾਇਆ ਅਤੇ ਬੜਾ ਸਾਦਾ ਅਤੇ ਸਰਲ ਜੀਵਨ ਬਿਤਾਇਆ। ਉਹਨਾਂ ਨੇ ਕੋਲ ਸਿਰਫ ਰਹਿਣ ਵਾਸਤੇ ਇੱਕ ਕੱਚਾ ਕੋਠਾ, ਜਵਾਰ ਦੀ ਰੋਟੀ, ਉਬਲੇ ਹੋਏ ਛੋਲੇ ਅਤੇ ਇੱਕ ਕੰਬਲੀ, ਇਹੀ ਉਹਨਾਂ ਦੀ ਵਿਰਾਸਤ ਸੀ, ਇਹੀ ਉਹਨਾਂ ਕੋਲ ਆਪਣਾ ਸਾਜੋ ਸਮਾਨ ਸੀ ਅਤੇ ਈਸ਼ਵਰ ਦੀ ਬੰਦਗੀ ਸਾਰੀ ਜ਼ਿੰਦਗੀ ਉਹਨਾਂ ਨੇ ਕੀਤੀ। ਆਪਣਾ ਅੰਤਲਾ ਸਮਾਂ ਉਹਨਾਂ ਨੇ ਪਾਕਪਟਨ ਵਿੱਚ ਬਿਤਾਇਆ। ਅਖੀਰ 15 ਅਕਤੂਬਰ 1265 ਈਸਵੀ ਨੂੰ ਪਾਕਪਟਨ ਵਿੱਚ ਹੀ ਉਹ ਜੋਤੀ ਜੋਤ ਸਮਾ ਗਏ। ਐਸੇ ਜੋ ਮਹਾਂਪੁਰਸ਼ ਹੁੰਦੇ ਹਨ, ਇਹਨਾਂ ਦਾ ਦੇਹਾਂਤ ਨਹੀਂ ਹੁੰਦਾ, ਚਿਰੰਜੀਵੀ ਮਹਾਂਪੁਰਸ਼ ਹੁੰਦੇ ਹਨ ਜੋ ਇੱਕ ਖਾਸ ਉਦੇਸ਼ ਵਾਸਤੇ ਇਸ ਜ਼ਮੀਨ 'ਤੇ ਆਉਂਦੇ ਹਨ ਅਤੇ ਆਪਣਾ ਉਦੇਸ਼ ਪੂਰਾ ਹੋਣ 'ਤੇ ਉਸ ਬ੍ਰਹਮ ਵਿੱਚ ਹੀ ਲੀਨ ਹੋ ਜਾਂਦੇ ਹਨ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਮੈਂ ਤੁਹਾਡੇ ਨਾਲ ਬਾਬਾ ਫਰੀਦ ਜੀ ਦੀ ਜੀਵਨੀ ਸਾਂਝੀ ਕੀਤੀ। ਇਸ ਜੀਵਨੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿੰਨਾ ਵੀ ਹੋ ਸਕੇ ਸਾਡਾ ਮੁੱਖ ਉਦੇਸ਼ ਪਰਮਾਤਮਾ ਦਾ ਨਾਮ ਸਿਮਰਨ, ਜਿਹੜੀ ਉਸਦੀ ਬਣਾਈ ਕਾਇਨਾਤ ਹੈ ਉਸ ਨਾਲ ਪਿਆਰ ਨਾਲ ਵਿਚਰਨਾ, ਮੁਲਾਕਾਤ ਹੁੰਦੀ ਹੈ ਤਾਂ ਐਸਾ ਪ੍ਰਭਾਵ ਛੱਡਿਆ ਜਾਵੇ ਈਸ਼ਵਰ ਦੇ ਨਾਤੇ, ਨਾ ਕਿ ਦਿਖਾਵੇ ਵਿੱਚ, ਕਿ ਹਰ ਇਨਸਾਨ ਇੱਕ ਪ੍ਰੇਮ ਦੇ ਧਾਗੇ ਵਿੱਚ ਪਰੋਇਆ ਜਾਵੇ। ਇਸ ਤਰ੍ਹਾਂ ਹੀ ਪਿਆਰੇ ਵਿਦਿਆਰਥੀਓ, ਆਪਣੇ ਅਭਿਆਸੀ ਪ੍ਰਸ਼ਨ ਹਨ ਔਰ ਅਭਿਆਸੀ ਪ੍ਰਸ਼ਨਾਂ ਵਿੱਚ ਉਹੀ ਸਭ ਕੁਝ ਪੁੱਛਿਆ ਜਾਂਦਾ ਹੈ ਜਿਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਜਿਸ ਤਰ੍ਹਾਂ ਪਹਿਲਾ ਪ੍ਰਸ਼ਨ ਆਪਣੇ ਅਭਿਆਸ 'ਚ ਆਉਂਦਾ ਹੈ ਕਿ ਬਾਬਾ ਫਰੀਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ, ਉਹਨਾਂ ਦੇ ਮਾਤਾ ਪਿਤਾ ਜੀ ਦਾ ਨਾਮ ਕੀ ਸੀ। ਜਦੋਂ ਵੀ ਤੁਸੀਂ ਪ੍ਰਸ਼ਨ ਪੜ੍ਹਦੇ ਹੋ ਉਸ ਦਾ ਉੱਤਰ ਦੇਣਾ ਹੈ ਤਾਂ ਉਸ ਦਾ ਉੱਤਰ ਪ੍ਰਸ਼ਨ ਤੋਂ ਹੀ ਚੱਕਣਾ ਹੈ। ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਨਿੱਕੇ ਜਿਹੇ ਪਿੰਡ ਕਾਠਵਾਲ, ਜ਼ਿਲ੍ਹਾ ਮੁਲਤਾਨ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਸ਼ੇਖ ਜਮਾਲੂਦੀਨ ਅਤੇ ਮਾਤਾ ਜੀ ਦਾ ਨਾਮ ਕਰਸੁਮ ਸੀ। ਇਸ ਤਰ੍ਹਾਂ ਅਸੀਂ ਦੇਖਿਆ ਕਿ ਇਸ ਪ੍ਰਸ਼ਨ ਦਾ ਉੱਤਰ ਆਪਾਂ ਪ੍ਰਸ਼ਨ ਤੋਂ ਹੀ ਚੱਕਿਆ ਹੈ। ਦੂਸਰਾ ਪ੍ਰਸ਼ਨ ਜਿਸ ਤਰ੍ਹਾਂ ਆ ਜਾਂਦਾ ਕਿ ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ, ਫਿਰ ਅਸੀਂ ਇਸ ਦਾ ਉੱਤਰ ਇਸੇ ਪ੍ਰਸ਼ਨ ਤੋਂ ਹੀ ਚੱਕਾਂਗੇ। ਬਾਬਾ ਫਰੀਦ ਜੀ ਦਾ ਜੀਵਨ ਬੜਾ ਹੀ ਸਰਲ ਅਤੇ ਸਾਦੇ ਢੰਗ ਵਾਲਾ ਸੀ। ਉਹਨਾਂ ਕੋਲ ਇੱਕ ਰਹਿਣ ਲਈ ਕੱਚਾ ਕੋਠਾ, ਜਵਾਰ ਦੀ ਰੋਟੀ, ਉਬਲੇ ਹੋਏ ਛੋਲੇ ਅਤੇ ਇੱਕ ਕੰਬਲੀ, ਇਸ ਨਾਲ ਹੀ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ, ਇਹੀ ਉਹਨਾਂ ਦਾ ਸਰਮਾਇਆ ਸੀ। ਅਗਲਾ ਪ੍ਰਸ਼ਨ ਆ ਜਾਂਦਾ ਹੈ ਕਿ ਬਾਬਾ ਫਰੀਦ ਜੀ ਦਾ ਕੀ ਉਪਦੇਸ਼ ਸੀ। ਉਹਨਾਂ ਦੇ ਉਪਦੇਸ਼ ਦੀ
ਪ੍ਰੋੜਤਾ ਘਰ ਦੀ ਘਟਨਾ ਆਪਣੇ ਸ਼ਬਦਾਂ ਵਿੱਚ ਲਿਖੋ। ਬਾਬਾ ਫਰੀਦ ਜੀ ਦਾ ਉਪਦੇਸ਼, ਜਿਸ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ 2 ਸ਼ਬਦਾਂ ਦਾ, ਬਾਬਾ ਫਰੀਦ ਜੀ ਦਾ ਉਪਦੇਸ਼ ਸੀ ਕਿ ਸਾਨੂੰ ਸਭ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਸਿੱਖਿਆ ਦਿੱਤੀ ਕਿ ਸਭ ਨਾਲ ਪ੍ਰੇਮ ਕਰੋ, ਸਭ ਦਾ ਭਲਾ ਕਰੋ, ਜੇ ਕੋਈ ਬੁਰਾ ਵੀ ਕਰੇ ਤਾਂ ਉਹਨਾਂ ਦੀ ਭਲਾਈ ਕਰੋ। ਇਸ ਪ੍ਰਸ਼ਨ ਦਾ ਉੱਤਰ। ਅਤੇ ਉਹਨਾਂ ਦੇ ਇਸ ਉਪਦੇਸ਼ ਦੀ ਪ੍ਰੋੜਤਾ ਕਰਨ ਵਾਲੀ ਘਟਨਾ ਆਪਣੇ ਸ਼ਬਦਾਂ ਵਿੱਚ, ਜੋ ਕਿ ਮੈਂ ਪਿੱਛੇ ਤੁਹਾਡੇ ਨਾਲ ਸਾਂਝੀ ਕੀਤੀ, ਕਿ ਇੱਕ ਸੱਜਣ ਜਦੋਂ ਉਹਨਾਂ ਕੋਲ ਕੈਂਚੀ ਲੈ ਕੇ ਆਏ, ਉਸ ਦੀ ਪ੍ਰਸ਼ੰਸਾ ਕੀਤੀ ਕੈਂਚੀ ਦੀ ਕਿ ਕਿੰਨੇ ਮਜ਼ਬੂਤ ਲੋਹੇ ਦੀ ਬਣੀ ਹੈ, ਇਸ ਦੀ ਤਾਰ ਬਹੁਤ ਤਿੱਖੀ ਹੈ ਅਤੇ ਬਹੁਤ ਹੀ ਵਧੀਆ ਕੱਟਦੀ ਹੈ। ਤਾਂ ਸ਼ੇਖ ਫਰੀਦ ਜੀ ਨੇ ਉਹ ਕੈਂਚੀ ਆਪਣੇ ਹੱਥ 'ਚ ਲਈ, ਉਸ ਨੂੰ ਘੁਮਾਇਆ ਅਤੇ ਉਸ ਨੂੰ ਵਾਪਸ ਕਰ ਦਿੱਤੀ, ਇਹ ਕਹਿੰਦੇ ਹੋਏ ਕਿ ਇਸ ਦਾ ਕੰਮ ਤਾਂ ਕੱਟਣਾ ਹੈ, ਪਰ ਸਾਡਾ ਕੰਮ ਤਾਂ ਹੈ ਜੋੜਨਾ। ਮੈਨੂੰ ਤਾਂ ਸੂਈ ਤੂੰ ਲਿਆ ਦਿੰਦਾ, ਮੈਂ ਬੜਾ ਖੁਸ਼ ਹੁੰਦਾ, ਜਿਸ ਨਾਲ ਮੈਂ ਪ੍ਰੀਤ ਦੇ ਧਾਗੇ ਨਾਲ ਸਾਰੇ ਲੋਕਾਂ ਦਾ ਦਿਲ ਜੋੜ ਸਕਾਂ, ਉਸ ਈਸ਼ਵਰ ਦੇ ਨਾਲ ਪਰੋ ਸਕਾਂ, ਇੱਕ ਮਿੱਕ ਸਾਰਿਆਂ ਨੂੰ ਕਰ ਸਕਾਂ। ਇਹ ਉਹਨਾਂ ਦੀ ਮੁੱਖ ਘਟਨਾ ਸੀ ਇਸ ਨੂੰ ਪ੍ਰੋੜ ਕਰਦੇ ਹੋਏ। ਉਸ ਤੋਂ ਬਾਅਦ ਪ੍ਰਸ਼ਨ ਆਪਣਾ ਆ ਜਾਂਦਾ ਹੈ, ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜ ਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਉਪਰੋਕਤ ਸ਼ਲੋਕ ਤੋਂ ਭਾਵ, ਉਪਰੋਕਤ ਸ਼ਲੋਕ ਦਾ ਭਾਵ ਉਸ ਸਮੇਂ ਦੇ ਰਹਿਣ ਸਹਿਣ ਦੇ ਨਾਲ ਹੈ ਜਦੋਂ ਸਾਰੇ ਪਾਸੇ ਹੰਕਾਰ ਸੀ ਅਤੇ ਜੋ ਵੀ ਕੁਛ ਕੀਤਾ ਜਾਂਦਾ ਸੀ, ਸਾਰੇ ਕਰਮਕਾਰ ਸਿਰਫ ਦਿਖਾਵੇ ਵਾਸਤੇ ਅਤੇ ਸਾਹਮਣੇ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਸੀ। ਇਸ ਲਈ ਫਰੀਦ ਜੀ ਨੇ ਇਸ ਸ਼ਲੋਕ ਵਿੱਚ ਸਾਫ਼ ਲਿਖਿਆ ਹੈ ਕਿ ਜੇ ਕੋਈ ਬੰਦਗੀ ਲਈ ਮੁਸੱਲਾ ਚੁੱਕੀ ਫਿਰੇ ਅਤੇ ਦਿਖਾਵੇ ਲਈ ਕਾਲੇ ਸੂਫ ਦੇ ਕੱਪੜੇ ਵੀ ਪਾ ਲਵੇ, ਤਾਂ ਉਹ ਅਜਿਹਾ ਕਰਕੇ ਰੱਬੀ ਦਰਵੇਸ਼ ਨਹੀਂ ਬਣ ਜਾਂਦਾ, ਉਹ ਤਾਂ ਸਗੋਂ ਹਨੇਰਾ ਹੀ ਢੋਂਦਾ ਹੈ। ਇਸ ਤਰ੍ਹਾਂ ਇਹ ਸ਼ਲੋਕ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ। ਇਸ ਅਭਿਆਸ ਦਾ ਆਖਰੀ ਪ੍ਰਸ਼ਨ ਹੈ, ਬਾਬਾ ਫਰੀਦ ਜੀ ਮੁਲਾਕਾਤ ਅਤੇ ਕਰਾਮਾਤ ਵਿੱਚੋਂ ਕਿਹੜੀ ਗੱਲ ਨੂੰ ਵੱਡਾ ਕਹਿੰਦੇ ਸਨ? ਇਹ ਗੱਲ ਉਹਨਾਂ ਨੇ ਕਿਵੇਂ ਸੱਚੀ ਸਿੱਧ ਕਰਕੇ ਦਿਖਾਈ? ਤਾਂ ਪਿਆਰੇ ਬੱਚਿਓ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਸਲਾਮ ਧਰਮ ਦੇ ਵਿੱਚ ਪੀਰਾਂ ਫਕੀਰਾਂ ਵਿੱਚ ਕਰਾਮਾਤ ਨੂੰ ਬਹੁਤ ਵੱਡਾ ਗਿਣਿਆ ਜਾਂਦਾ ਹੈ। ਕੋਈ ਵੀ ਫਕੀਰ ਓਨਾ ਹੀ ਵੱਡਾ ਗਿਣਿਆ ਜਾਂਦਾ ਜਿੰਨੀ ਵੱਡੀ ਉਹ ਕਰਾਮਾਤ ਕਰਕੇ ਦਿਖਾਵੇ। ਜਦ ਕਿ ਬਾਬਾ ਫਰੀਦ ਜੀ ਬੜੀ ਉੱਚੀ ਕਰਨੀ ਦੇ ਧਨੀ ਸੀ, ਪਰ ਫਿਰ ਵੀ ਉਹ ਕਰਾਮਾਤ ਦੀ ਬਜਾਏ ਮੁਲਾਕਾਤ ਦਾ ਮੰਨਦੇ ਸੀ। ਇੱਕ ਦਿਨ ਉਹ ਆਪਣੇ ਮਿੱਤਰ ਫਕੀਰ ਬਹਾਉਦੀਨ ਜੀ ਨਾਲ ਜੰਗਲ ਵਿੱਚ ਸੈਰ ਕਰਨ ਗਏ ਅਤੇ ਦੋਵਾਂ ਵਿੱਚ ਇਹੀ ਚਰਚਾ ਛਿੜੀ, ਬਾਬਾ ਫਰੀਦ ਜੀ ਮੁਲਾਕਾਤ ਨੂੰ ਅਤੇ ਬਹਾਉਦੀਨ ਜੀ ਕਰਾਮਾਤ ਨੂੰ ਵੱਡਾ ਕਹਿ ਰਹੇ ਸਨ। ਇੰਨੇ ਸਮੇਂ ਦੇ ਵਿੱਚ ਬੜੀ ਜ਼ੋਰ ਦੀ ਆਂਧੀ ਵਰਸ਼ਾ ਆਈ ਅਤੇ ਉਸ ਆਂਧੀ ਵਰਸ਼ਾ ਦੇ ਬਾਬਾ ਫਰੀਦ ਜੀ ਨੇ ਬਹਾਉਦੀਨ ਜੀ ਨੂੰ ਕਰਾਮਾਤ ਦੇ ਰਾਹੀਂ ਇਹ ਮੌਸਮ ਨੂੰ ਠੀਕ ਕਰਨ ਵਾਸਤੇ ਕਿਹਾ। ਤਾਂ ਬਹਾਉਦੀਨ ਜੀ ਇੱਕਦਮ ਚੁੱਪ ਹੋ ਗਏ ਅਤੇ ਬੋਲੇ, ਫਕੀਰ ਜੀ, ਫਰੀਦ ਜੀ ਇੰਨੀ ਜਲਦੀ ਕਰਾਮਾਤ ਨਹੀਂ ਹੋ ਸਕਦੀ। ਤਾਂ ਬਾਬਾ ਫਰੀਦ ਜੀ ਮੁਸਕਰਾਉਂਦੇ ਹੋਏ ਬੋਲੇ, ਇੱਥੋਂ ਥੋੜ੍ਹੀ ਦੂਰ 'ਤੇ ਨਗਰ ਹੈ ਅਤੇ ਉਹਨਾਂ ਦਾ ਗਰੀਬੜਾ ਜਿਹਾ ਇੱਕ ਮੁਲਾਕਾਤੀ ਉੱਥੇ ਰਹਿੰਦਾ ਹੈ, ਚਲੋ ਆਪਾਂ ਉਹਨਾਂ ਦੇ ਘਰ ਜਾਂਦੇ ਹਾਂ। ਇੰਨੇ ਨੂੰ ਘਰ ਪਹੁੰਚ ਕੇ ਜਦ ਦਰਵਾਜ਼ਾ ਖਟਖਟਾਇਆ ਤਾਂ ਮੁਲਾਕਾਤੀ ਬਾਹਰ ਆਇਆ ਅਤੇ ਬੜੇ ਇੱਜ਼ਤ ਮਾਣ ਦੇ ਨਾਲ ਉਹਨਾਂ ਨੂੰ ਬਾਬਾ ਫਰੀਦ ਜੀ ਅਤੇ ਨਾਲ ਦੇ ਦਰਵੇਸ਼ ਦਾ ਇੱਜ਼ਤ ਮਾਣ ਕੀਤਾ। ਉਹਨਾਂ ਨੂੰ ਖਾਣ ਪਾਣ ਅਤੇ ਆਓ ਭਗਤ ਪਰੋਨਾਚਾਰੀ ਕੀਤੀ। ਉਸ ਤੋਂ ਬਾਅਦ ਜਦੋਂ ਮੌਸਮ ਸਾਫ਼ ਹੋ ਗਿਆ ਤਾਂ ਰਾਸਤੇ ਵਿੱਚ ਫਰੀਦ ਜੀ ਕਹਿੰਦੇ, ਬਹਾਉਦੀਨ ਜੀ ਹੁਣ ਤੁਹਾਡਾ ਕੀ ਵਿਚਾਰ ਹੈ, ਕਰਾਮਾਤ ਜਾਂ ਮੁਲਾਕਾਤ? ਤਾਂ ਮੁਸਕਰਾਉਂਦੇ ਹੋਏ ਬਹਾਉਦੀਨ ਜੀ ਕਹਿੰਦੇ, ਤੁਹਾਡੀ ਗੱਲ ਦਰੁਸਤ ਹੈ ਕਿ ਕਰਾਮਾਤ ਨਾਲੋਂ ਮੁਲਾਕਾਤ ਵੱਡੀ ਹੁੰਦੀ ਹੈ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਪੰਜਾਬੀ ਜੀਵਨ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਲੋਕ ਕਾਵਿ, ਪੰਜਾਬੀ ਸਾਹਿਤ ਵਿੱਚ ਬਾਬਾ ਫਰੀਦ ਜੀ ਦੀ ਜੋ ਪ੍ਰਭਾਵ ਹੈ ਉਹ ਸਦੀਵੀ ਪ੍ਰਭਾਵ ਹੈ, ਜੋ ਕਿ ਅਮਰ ਹੋ ਜਾਂਦਾ ਹੈ ਜਦੋਂ ਬਾਬਾ ਫਰੀਦ ਜੀ ਦੇ 112 ਸ਼ਲੋਕ ਅਤੇ 4 ਪੰਜਾਬੀ ਸ਼ਬਦ ਮੁਲਤਾਨੀ ਉਪਭਾਸ਼ਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹਨ। ਇਸ ਕਾਰਨ ਬਾਬਾ ਫਰੀਦ ਜੀ ਇੱਕ ਬ੍ਰਹਮਵੇਤਾ ਸੰਤ ਫਕੀਰ ਓਲੀਆ ਹਨ, ਜਿਨ੍ਹਾਂ ਦਾ ਸੰਪਰਦਾਇ ਚਿਸ਼ਤੀ ਸੰਪਰਦਾਇ, ਸੂਫੀ ਸੰਪਰਦਾਇ ਅੱਜ ਵੀ ਉਹਨਾਂ ਦੀ ਗੱਦੀ ਦਿੱਲੀ ਵਿੱਚ ਚੱਲ ਰਹੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਲੈਕਚਰ ਦਾ ਪੂਰਾ ਤਰ੍ਹਾਂ ਸਮਝ ਗਏ ਹੋਵੋਗੇ ਤਾਂ ਆਪਣੇ ਜੀਵਨ ਵਿੱਚ ਲੈ ਕੇ ਆਓਗੇ ਅਤੇ ਅਭਿਆਸੀ ਪ੍ਰਸ਼ਨਾਂ ਨੂੰ ਬੜੇ ਸਰਲ ਅਤੇ ਆਸਾਨ ਤਰੀਕੇ ਦੇ ਨਾਲ ਤੁਸੀਂ ਕਰ ਲਵੋਗੇ। ਇਸ ਦੇ ਨਾਲ ਹੀ ਤੁਹਾਡਾ ਸਭ ਦਾ ਧੰਨਵਾਦ, ਸਾਧੂਵਾਦ।